ਤੁਸੀਂ ਦੇਖ ਰਹੇ ਹੋ ਬਿਗ 24 ਨਿਊਜ਼ ਟੀਵੀ। ਅੱਜ ਸਾਡੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਰਿੰਕੂ ਜੀ, ਸਰਕਲ ਮੂਨ ਦੇ ਜਨਰਲ ਸੈਕਟਰੀ। 1 ਸਾਲ ਤੋਂ ਵੀ ਵੱਧ ਦਿੱਲੀ ਦੀ ਗਰੂਹਾਂ ਤੇ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਚੱਲਿਆ। ਜਿਹੜੀ ਦੁਨੀਆ ਦੇ ਵਿੱਚ ਇੱਕ ਵੱਡਾ ਆਪਦੇ ਆਪ ਨੂੰ ਡਿਕਟੇਟਰ ਮੰਨਦਾ ਸੀ ਮੋਦੀ, ਉਸਨੇ ਕਹਿੰਦੇ ਹੁੰਦੇ ਸੀਗੇ ਵੀ ਮੋਦੀ ਹੈ ਤਾਂ ਮੁਮਕਿਨ ਹੈ, ਕਦੇ ਪਿੱਛੇ ਮੁੜ ਕੇ ਦੇਖਿਆ। ਜਿਹੜੀ ਚੀਜ਼ ਬਣਾਤੀ ਉਹ ਪਿੱਛੇ ਨਹੀਂ ਮੁੜਦੇ ਹੈਗੇ। ਆਖਿਰਕਾਰ ਕਿਸਾਨਾਂ ਦੀ ਜਿੱਤ ਹੋਈ, ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਕੀਤਾ, 700 ਤੋਂ ਵੱਧ ਕਿਸਾਨ ਸ਼ਹੀਦ ਹੋਏ। ਆਖਿਰਕਾਰ ਉਹ ਕਾਨੂੰਨ ਰੱਦ ਕਰਨੇ ਪਏ। ਉਸ ਪ੍ਰਧਾਨ ਮੰਤਰੀ ਨੇ ਮਾਫੀ ਮੰਗ ਕੇ ਉਹ ਕਾਨੂੰਨ ਰੱਦ ਕੀਤੇ। ਰੱਦ ਕਰਨ ਤੋਂ ਬਾਅਦ ਹੁਣ ਆ ਗਿਆ ਮਾਹੌਲ ਆ ਗਿਆ ਇਲੈਕਸ਼ਨ ਦਾ। ਉਹਨਾਂ ਦੇ ਵਿੱਚੋਂ ਇੱਕ ਯੂਨੀਅਨ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ। ਕੁਛ ਯੂਨੀਅਨ ਜਥੇਬੰਦੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਆਪਣਾ ਜਾਣ ਦਾ ਫੈਸਲਾ ਕਰ ਲਿਆ, ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇਲੈਕਸ਼ਨ ਵਿੱਚ ਜਾਣ ਦਾ ਕੋਈ ਫੈਸਲਾ ਨਹੀਂ ਕੀਤਾ। ਇਹਨਾਂ ਬਾਰੇ ਰਿੰਕੂ ਜੀ ਤੋਂ ਅਸੀਂ ਜਾਣਨਾ ਚਾਹਾਂਗੇ ਉਹਨਾਂ ਦੇ ਕੀ ਵਿਚਾਰ ਨੇ। ਰਿੰਕੂ ਜੀ, ਤੁਹਾਡੀ ਯੂਨੀਅਨ ਜਥੇਬੰਦੀ ਨੇ ਇਲੈਕਸ਼ਨ ਵਿੱਚ ਜਾਣ ਦਾ ਕੋਈ ਫੈਸਲਾ ਨਹੀਂ ਕੀਤਾ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਮੈਂ ਬਲਾਕ ਜਨਰਲ ਸੈਕਟਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਰਿੰਕੂ ਮੁਲਕ। ਸਾਡੀ ਜਥੇਬੰਦੀ ਦਾ ਇਹ ਕੋਈ ਅੱਜ ਦਾ ਐਲਾਨ ਨਹੀਂ ਹੈਗਾ। 2002 ਦੇ ਵਿੱਚ ਸਾਡੀ ਜਥੇਬੰਦੀ ਜਦੋਂ ਬਣੀ ਹੈ, ਉਦੋਂ ਸੰਵਿਧਾਨ ਦੇ ਵਿੱਚ ਬਕਾਇਦਾ ਲਿਖਿਆ ਗਿਆ ਹੈ ਕਿ ਵੋਟਾਂ ਦੇ ਵਿੱਚ ਅਸੀਂ ਕਦੇ ਹਿੱਸਾ ਨਹੀਂ ਲਵਾਂਗੇ, ਨਾ ਹੀ ਅਸੀਂ ਵੋਟਾਂ ਦਾ ਬਾਈਕਾਟ ਕਰਦੇ ਹੈਗੇ। ਅਸੀਂ ਤਾਂ ਕਹਿੰਦੇ ਹਾਂ ਲੋਕਾਂ ਨੂੰ ਕਿ ਜਿਹਨੂੰ ਤੁਹਾਡਾ ਜੀ ਕਰਦਾ ਪਾ ਲਓ ਭਰਾਵੋ, ਪਰ ਜਿਹੜੇ ਸਾਡੇ ਆਗੂ ਨੇ ਉਹ ਵੋਟਾਂ ਨਹੀਂ ਪਾਉਂਦੇ ਹੈਗੇ, ਕਿਉਂਕਿ 75 ਸਾਲਾਂ ਤੋਂ ਲਗਾਤਾਰ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਇਹ ਖੋਟਾ ਸਿੱਕਾ ਹੈ। ਤੁਸੀਂ 75 ਸਾਲਾਂ ਤੋਂ ਲਗਾਤਾਰ ਪਾ ਰਹੇ ਹੋ, ਅੱਜ ਤੱਕ ਇਹ ਸਿੱਕਾ ਨਹੀਂ ਚੱਲਿਆ ਹੈਗਾ। ਪਰ ਭਰਾਵੋ, ਜਿਹੜੇ ਤੁਹਾਡੇ ਮਸਲੇ ਹੱਲ ਨੇ ਇਹ ਤਾਂ ਲੋਕਾਂ ਦੇ ਸੰਘਰਸ਼ਾਂ ਰਾਹੀਂ ਕਰਨੇ ਨੇ, ਕਿਉਂਕਿ ਜਿਹੜੀਆਂ ਪਾਰਲੀਮੈਂਟ ਚਾਹੇ ਵਿਧਾਨ ਸਭਾ ਬਣੀਆਂ ਨੇ ਇਹ ਤਾਂ ਜੋਕਾਂ ਲਈ ਬਣੀਆਂ ਨੇ। ਉਹਨਾਂ ਦੇ ਫਰਮਾਨ ਉੱਪਰੋਂ ਬਣ ਕੇ ਆਉਂਦੇ ਨੇ, ਉਹ ਲਾਗੂ ਕਰਦੇ ਨੇ। ਇੱਕ ਲੋਕਾਂ ਨੂੰ ਲੱਗਦਾ ਹੈ ਵੀ ਅਸੀਂ ਇੱਥੇ ਲੋਕਤੰਤਰ ਹੈ, ਪਰ ਲੋਕਤੰਤਰ ਜੇ ਤੁਸੀਂ ਦੇਖਣਾ ਹੋਵੇ, ਅੱਜ ਕੱਲ੍ਹ ਅਸੀਂ ਜਿਹੜੇ ਲੀਡਰ ਆਉਂਦੇ ਨੇ ਉਹਨਾਂ ਨੂੰ ਅਸੀਂ ਸਵਾਲ ਕਰਦੇ ਹਾਂ। ਕਈ ਲੀਡਰ ਤਾਂ ਸਵਾਲ ਦੇਣ ਦੀ ਬਜਾਏ ਸਾਡੇ ਤੇ ਹੈਪਰ ਹੋ ਜਾਂਦੇ ਨੇ, ਯਾਨੀ ਕਿ ਸਾਨੂੰ ਗਲਤ ਸ਼ਬਦਾਵਲੀ ਬੋਲਦੇ ਨੇ। ਤੇ ਕਈ ਸੁਖਬੀਰ ਬਾਦਲ ਆਏ ਸੀ ਪਰਸੋਂ, ਬਗੈਰ ਸਵਾਲ ਦਿੱਤੇ ਹੀ ਸਾਨੂੰ ਭੱਜ ਗਿਆ। ਹਾਲਾਂਕਿ ਸਾਨੂੰ ਪ੍ਰਸ਼ਾਸਨ ਨੇ ਕਿਹਾ ਸੀ ਤੁਹਾਡੇ ਸਵਾਲ ਜਵਾਬ ਕਰਵਾਵਾਂਗੇ। ਉਸ ਤੋਂ ਬਾਅਦ ਅਸੀਂ ਭੱਠਲ ਨੂੰ ਵੀ ਸਵਾਲ ਜਵਾਬ ਕੀਤੇ ਨੇ ਪਰਸੋਂ ਚੌਥੇ, ਉਹ ਵੀ ਗੱਲ ਨੂੰ ਗੋਲ-ਮੋਲ ਕਰ ਗਈ। ਕਿਉਂ ਗੋਲ-ਮੋਲ ਕਰ ਗਈ? ਕਿਉਂਕਿ ਇਹਨਾਂ ਕੋਲ ਜਵਾਬ ਹੈ ਹੀ ਨਹੀਂ ਉਹਨਾਂ ਗੱਲਾਂ ਦੇ। ਅਸੀਂ ਲੋਕਾਂ ਨੂੰ ਐਂ ਲੱਗਦਾ ਵੀ ਕਿਤੇ ਯੂਨੀਅਨ ਵਾਲੇ ਆ ਜਾਂਦੇ ਨੇ ਯਾਰ, ਵੀ ਇੱਥੇ ਆ ਕੇ ਹੁੱਲੜਬਾਜ਼ੀ ਕਰਦੇ ਨੇ। ਅਸੀਂ ਕਦੇ ਵੀ ਕਿਸੇ ਨਾਲ ਹੁੱਲੜਬਾਜ਼ੀ ਨਹੀਂ ਕਰਦੇ। ਤੁਸੀਂ ਸਾਡੀ ਵੀਡੀਓ ਦੇਖ ਸਕਦੇ ਹੋ, ਜਿੱਥੇ ਵੀ ਅਸੀਂ ਗਏ ਸਾਡੀਆਂ ਵੀਡੀਓ ਪਈਆਂ ਨੇ। ਅਸੀਂ ਲੋਕਾਂ ਦੇ ਸਵਾਲ ਕਰਦੇ ਹਾਂ, ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਭਰਾਵੋ, ਇਹ ਜਿਹੜੇ ਤੁਹਾਡੇ ਚੁਣ ਕੇ ਗਏ ਹੋਏ ਨੇ, ਜਿਹੜੇ ਸਵਾਲਾਂ ਦੇ ਜਵਾਬ ਅਸੀਂ ਇਹਨਾਂ ਤੋਂ ਮੰਗਦੇ ਹਾਂ, ਇਹਨਾਂ ਕੋਲ ਉਹਨਾਂ ਸਵਾਲਾਂ ਦੇ ਜਵਾਬ ਹੈ ਹੀ ਨਹੀਂ। ਕਿਉਂਕਿ ਨੀਤੀਆਂ ਇਹਨਾਂ ਦੀ ਨਹੀਂ ਬਣਾਈਆਂ ਹੈਗੀਆਂ, ਇਹ ਨੀਤੀਆਂ ਸਾਮਰਾਜ ਦੀਆਂ, ਵੱਡੇ ਕਾਰਪੋਰੇਟ ਘਰਾਣੇ ਦੀਆਂ ਇਹਨਾਂ ਕੋਲ ਬਣ ਕੇ ਆਉਂਦੀਆਂ ਨੇ। ਇਹਨਾਂ ਨੂੰ ਇਹ ਲਾਗੂ ਕਰਨੀਆਂ ਪੈਂਦੀਆਂ ਨੇ। ਤਾਂ ਕਹਿੰਦੇ ਆ ਵੀ ਲੋਕਾਂ ਦੀ ਭੁਗਤ ਤਾਂ ਸੜਕਾਂ ਤੇ ਹੈ, ਪਾਰਲੀਮੈਂਟ ਤੇ ਵਿਧਾਨ ਸਭਾ ਦੇ ਵਿੱਚ ਤਾਂ ਜੋਕਾਂ ਦੀ ਭੁਗਤ ਹੈ। ਰਿੰਕੂ ਜੀ, ਜਿਵੇਂ ਕਿ ਅਗਲੀ ਚੋਣਾਂ ਦਾ ਮਾਹੌਲ ਹੈ, ਹੁਣ ਅੱਗੇ ਇੱਕ ਸਰਕਾਰ ਬਣ ਜਾਣੀ ਹੈ, ਅੱਗੇ ਵੀ ਤੁਹਾਡੇ ਪ੍ਰੋਟੈਸਟ ਇਸੇ ਤਰ੍ਹਾਂ ਜਾਰੀ ਰਹਿਣਗੇ? ਜਿਹੜੀ ਵੀ ਸਰਕਾਰ ਆਊਗੀ ਉਸ ਦੇ ਖਿਲਾਫ, ਜੇਕਰ ਉਹ ਆਪਣੇ ਕੀਤੇ ਹੋਏ ਵਾਅਦੇ ਪੂਰੇ ਨਹੀਂ ਕਰਦੇ, ਇਸੇ ਤਰ੍ਹਾਂ ਤੁਹਾਡੇ ਸੰਘਰਸ਼ ਜਾਰੀ ਰਹਿਣਗੇ? ਬਿਲਕੁਲ। ਕਈ ਲੋਕਾਂ ਨੂੰ ਇਹ ਲੱਗਦਾ ਹੈ ਵੀ ਇਹ ਮੋਦੀ ਦੇ ਵਿਰੋਧੀ ਨੇ। ਨਿੱਜੀ ਤੌਰ ਤੇ ਸਾਡਾ ਮੋਦੀ ਨਾਲ ਵੀ ਕੋਈ ਵਿਰੋਧ ਨਹੀਂ ਹੈਗਾ। ਅਸੀਂ ਤਾਂ ਨੀਤੀਆਂ ਦਾ ਵਿਰੋਧ ਕਰਦੇ ਹਾਂ ਜਿਹੜੀਆਂ ਲੋਕਾਂ ਦੇ ਖਿਲਾਫ ਬਣ ਕੇ ਆਉਂਦੀਆਂ ਨੇ। ਕਿਉਂਕਿ ਜਿਵੇਂ ਹੁਣ ਪਿੱਛੇ ਹੀ ਇਹਨਾਂ ਨੇ ਖੇਤੀ ਕਾਲੇ ਕਾਨੂੰਨ ਲੈ ਕੇ ਆਏ ਸੀ, ਉਹ ਲੋਕਾਂ ਦੀਆਂ ਜ਼ਮੀਨਾਂ ਜਾਣੀਆਂ ਸੀ, ਲੋਕਾਂ ਦੇ ਰੁਜ਼ਗਾਰ ਜਾਣੇ ਸੀ। ਜਿਹੜੇ ਕੋਈ ਮੰਡੀਆਂ ਦੇ ਵਿੱਚ ਮਜ਼ਦੂਰੀ ਕਰਦੇ ਨੇ ਉਹਨਾਂ ਦੀ ਮਜ਼ਦੂਰੀ ਜਾਣੀ ਸੀ, ਆੜ੍ਹਤੀਆਂ ਦੇ ਜਾਣੇ ਸੀ, ਮੁਨੀਮਾਂ ਦੇ ਜਾਣੇ ਸੀ। ਹੋਰ ਯਾਨੀ ਕਿ ਖੇਤੀ ਨਾਲ ਹਰ ਇੱਕ ਕਿਰਤੀ ਵਰਗ ਜੁੜਿਆ ਹੋਇਆ ਹੈ। ਸਾਰਿਆਂ ਨੂੰ ਸੰਕਟ ਦੇ ਵਿੱਚ ਗੁਜ਼ਰਨਾ ਪੈਣਾ ਸੀ। ਅਸੀਂ ਉਹ ਨੀਤੀਆਂ ਦੇ ਖਿਲਾਫ ਲੜੇ ਆ। ਮੋਦੀ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈਗੀ। ਅਸੀਂ ਤਾਂ ਕਹਿੰਦੇ ਆ ਮੋਦੀ ਦੀ ਬਜਾਏ ਕੱਲ ਨੂੰ ਹੋਰ ਆ ਗਿਆ, ਉਹ ਮੋਦੀ ਨੂੰ ਵੀ ਚੰਗਾ ਕਵਾ ਦੂਗਾ। ਜਿਵੇਂ ਪਹਿਲਾਂ ਮਨਮੋਹਨ ਸਿੰਘ ਸੀ, ਮਨਮੋਹਨ ਸਿੰਘ ਨੂੰ ਹੁਣ ਲੋਕ ਇਹ ਕਹਿਣ ਲੱਗੇ ਪਹਿਲਾਂ ਮਨਮੋਹਨ ਸਿੰਘ ਠੀਕ ਸੀ ਤੇ ਇਸ ਨਾਲੋਂ ਵਧੀਆ ਤਾਂ ਮਨਮੋਹਨ ਸਿੰਘ ਵਧੀਆ ਸੀ। ਕੱਲ ਨੂੰ ਕੋਈ ਦੂਜਾ ਆ ਗਿਆ ਮੋਦੀ ਨੂੰ ਚੰਗਾ ਕਵਾਊਗਾ। ਕਿਉਂਕਿ ਜਿਹੜੀਆਂ ਇਹਨਾਂ ਦੀਆਂ ਪ੍ਰਸੰਦੀਆਂ ਹੋਈਆਂ ਨੇ, ਜਿਹੜੀਆਂ ਇਹਨਾਂ ਦੀਆਂ WTO ਵਿਸ਼ਵ ਵਪਾਰ ਸੰਸਥਾ, ਵਿਸ਼ਵ ਬੈਂਕ, ਉਹਨਾਂ ਨਾਲ ਸੰਧੀਆਂ ਹੋਈਆਂ ਨੇ, ਉਹ ਇਹਨਾਂ ਨੂੰ ਲਾਗੂ ਕਰਨੀਆਂ ਪੈਂਦੀਆਂ ਨੇ। 2013 ਦੇ ਵਿੱਚ ਇੱਕ ਛੋਟਾ ਜਿਹਾ ਮੁਲਕ ਹੈ ਬਾਲੀ, ਉਦੋਂ ਮਨਮੋਹਨ ਸਰਕਾਰ ਸੀ, ਉਹਨਾਂ ਨੇ ਕਿਹਾ ਸੀ ਵੀ ਯਾਰ ਜਿਹੜੇ ਖੇਤੀ ਕਾਨੂੰਨ ਨੇ 1992 ਦੇ ਵਿੱਚ ਇੱਕ ਗੈਟ ਸਮਝੌਤਾ ਹੋਇਆ ਸੀ, ਉਦੋਂ ਇਹ ਨੀਤੀਆਂ ਆਈਆਂ ਸੀ, ਤੁਸੀਂ ਹੁਣ ਤੱਕ ਕਿਉਂ ਨਹੀਂ ਲਾਗੂ ਕਰੇ ਹੈਗੇ? ਯਾਨੀ ਕਿ ਉੱਥੇ ਸਾਡੇ ਹਾਕਮ ਨੇ ਜਿਹੜੇ, ਇਹਨਾਂ ਨੂੰ ਸ਼ਰਮਿੰਦਗੀ ਝੱਲਣੀ ਪੈਂਦੀ ਹੈ ਵੀ ਅਸੀਂ ਲੋਕਾਂ ਦੇ ਦਬਾਅ ਕਰਕੇ ਨਹੀਂ ਕਰ ਸਕੇ। ਜਿਹੜੀ ਕਾਂਗਰਸ ਹੈ, ਅਸਲ ਇਹਨਾਂ ਮਤਲਬ ਕਿ ਜਿਹੜੀਆਂ ਨੀਤੀਆਂ 'ਚ ਮੋਦੀ ਲਾਗੂ ਕਰ ਰਿਹਾ ਹੈ, ਇਹਨਾਂ ਦੀ ਜਨਮ ਜਨਨੀ ਤਾਂ ਕਾਂਗਰਸ ਹੈ। ਨਰਸਿਮਹਾ ਰਾਓ ਦੇ ਸਰਕਾਰ ਦੇ ਟਾਈਮ 'ਚ ਆਈਆਂ,
ਕੁਛ ਇਹਨੂੰ ਮਨਮੋਹਨ ਸਿੰਘ ਨੇ ਪੱਕਾ ਕੀਤਾ। ਹਾਲਾਂਕਿ ਮਨਮੋਹਨ ਸਿੰਘ ਲਾਗੂ ਕਿਉਂ ਨਹੀਂ ਕਰ ਸਕਿਆ, ਉਹਦੇ ਕੋਲ ਸਪਸ਼ਟ ਬਹੁਮਤ ਨਹੀਂ ਸੀ। ਇਹਦੇ ਕੋਲ ਸਪਸ਼ਟ ਬਹੁਮਤ ਹੈ, ਇਹ ਮੋਦੀ ਦੜਾਦੜ ਕਰਨ ਲੱਗ ਰਿਹਾ। ਅਸੀਂ ਤਾਂ ਜਿਹੜੀ ਮਰਜ਼ੀ ਪਾਰਟੀ ਆਵੇ, ਜਿਹਦੀ ਮਰਜ਼ੀ ਸਰਕਾਰ ਬਣੇ, ਅਸੀਂ ਤਾਂ ਸਵਾਲ ਕਰਾਂਗੇ। ਜੇ ਕੋਈ ਲੋਕਾਂ ਦੇ ਖਿਲਾਫ ਨੀਤੀਆਂ ਲੈ ਕੇ ਆਉਣਗੇ, ਅਸੀਂ ਲਗਾਤਾਰ ਸਾਡਾ ਸੰਘਰਸ਼ ਜਾਰੀ ਰਹੂਗਾ। ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਆ ਜੇ, ਤੇ ਸਾਨੂੰ ਇਹ ਵੀ ਪੂਰਾ ਯਕੀਨ ਹੈ ਜਿਹੜੀ ਮਰਜ਼ੀ ਸਰਕਾਰ ਬਣ ਜੇ, ਉਹਨਾਂ ਨੇ ਨੀਤੀਆਂ ਉਹਨਾਂ ਵੱਡੇ ਕਾਰਪੋਰੇਟਾਂ ਦੀਆਂ, ਵੱਡੇ ਸ਼ਾਹੂਕਾਰਾਂ ਦੀਆਂ, ਉਹਨਾਂ ਦੇ ਪੱਖ ਦੀਆਂ ਹੀ ਲਾਗੂ ਕਰਨੀਆਂ ਨੇ। ਮੰਨ ਲਓ ਜਿਵੇਂ ਕਿ ਕੁਝ ਕਿਸਾਨ ਯੂਨੀਅਨ ਜਥੇਬੰਦੀਆਂ ਇਸ ਚੋਣ ਦੰਗਲ ਦੇ ਵਿੱਚ ਉਤਰੀਆਂ ਨੇ ਜੀ, ਮੰਨ ਲਓ ਉਹਨਾਂ ਦੀ ਸਰਕਾਰ ਬਣ ਜਾਂਦੀ ਹੈ, ਕਿ ਕੱਲ ਨੂੰ ਉਹਨਾਂ ਨੂੰ ਵੀ ਇਹੀ ਕੁਐਸਚਨ ਕੀਤੇ ਜਾਣਗੇ, ਉਹਨਾਂ ਦੇ ਵਿਰੁੱਧ ਵੀ ਤੁਹਾਡਾ ਇਹੀ ਰਵੱਈਆ ਰਹੂਗਾ? ਬਿਲਕੁਲ ਠੋਕ ਕੇ ਕਰਾਂਗੇ। ਪਹਿਲਾ ਨੰਬਰ ਤਾਂ ਜਿੱਥੇ ਤੱਕ ਸਾਨੂੰ ਲੱਗਦਾ ਹੈ ਵੀ ਉਹ ਕਿਸਾਨ ਜਥੇਬੰਦੀਆਂ ਨੇ ਗਲਤ ਪੰਗਾ ਲਿਆ, ਅਸੀਂ ਉਹਨਾਂ ਨੂੰ ਪਹਿਲਾਂ ਕਿਹਾ ਵੀ ਹੈ ਵੀ ਯਾਰ ਇਹ ਪੰਗਾ ਨਾ ਕਰੋ। ਠੀਕ ਹੈ, ਉਹਨਾਂ ਦੀ ਆਪਣੀ ਜਥੇਬੰਦੀ, ਉਹਨਾਂ ਦਾ ਆਪਣਾ ਅਧਿਕਾਰ ਹੈ। ਹਰ ਇੱਕ ਬੰਦੇ ਨੂੰ ਦੇਸ਼ ਦੇ ਵਿੱਚ ਜਮਹੂਰੀਅਤ ਹੈ, ਇੱਥੇ ਕੋਈ ਚੋਣ ਲੜੇ ਨਾ ਲੜੇ, ਵੋਟ ਪਾਵੇ ਨਾ ਪਾਵੇ, ਆਪਦਾ ਅਧਿਕਾਰ ਹੈ। ਪਰ ਜੇਕਰ ਉਹ ਸਰਕਾਰ ਦੇ ਵਿੱਚ ਕੱਲ੍ਹ ਨੂੰ ਚਲੇ ਵੀ ਜਾਂਦੇ ਨੇ, ਪਹਿਲਾ ਨੰਬਰ ਤਾਂ ਉਹ ਸਰਕਾਰ 'ਚ ਜਾਂਦੇ ਨਹੀਂ। ਜੇ ਬਾਗੇ, ਜੇ ਉਹ ਮਤਲਬ ਕਿ ਨੀਤੀਆਂ ਗਲਤ ਲੈ ਕੇ ਆਣਗੇ, ਅਸੀਂ ਪੂਰਾ ਉਹਨਾਂ ਦੇ ਘਰਾਂ 'ਚ ਵੀ ਧਰਨੇ ਦੇਵਾਂਗੇ, ਉਹਨਾਂ ਦੇ ਦਫ਼ਤਰਾਂ 'ਚ ਵੀ ਧਰਨੇ ਦੇਵਾਂਗੇ। ਸਾਡੀ ਨੀਤੀ ਯਾਨੀ ਕਿ ਸਾਡਾ ਵਿਰੋਧ ਤਾਂ ਨੀਤੀਆਂ ਨਾਲ ਹੈ, ਜਿਹੜੀਆਂ ਮਤਲਬ ਕਿ ਲੋਕ ਮਾਰੂ ਨੀਤੀਆਂ ਲੈ ਕੇ ਆਣਗੇ, ਅਸੀਂ ਉਹਨਾਂ ਦਾ ਲਗਾਤਾਰ ਵਿਰੋਧ ਕਰਾਂਗੇ। ਬੇਸ਼ੱਕ ਜਿਹੜਾ ਅੱਜ ਦੇਸ਼ ਦੇ ਵਿੱਚ ਸਿਸਟਮ ਬਣਿਆ ਹੋਇਆ ਹੈ, ਉੱਥੇ ਜਿਹੜਾ ਮਰਜ਼ੀ ਚੁਣ ਕੇ ਵਗ ਜਾਏ, ਚਾਹੇ ਕੋਈ ਕਿਸਾਨ, ਪਹਿਲਾਂ ਵੀ ਬਹੁਤ ਲੋਕ ਗਏ ਨੇ ਜਿਹੜੇ ਇਮਾਨਦਾਰ ਸੀ, ਉਹ ਜਾ ਕੇ ਦੇਖਿਆ ਉਹਨਾਂ ਨੇ ਅੰਦਰ ਜਾ ਕੇ ਵੀ ਉਰੇ ਭੁਗਤ ਨਹੀਂ ਹੈਗੀ। ਜਿਹੜਾ ਤਾਂ ਉਹਨਾਂ ਜੋਕਾਂ ਦਾ, ਕਾਰਪੋਰੇਟਾਂ ਦਾ ਬਣ ਗਿਆ, ਉਹ ਤਾਂ ਉੱਥੇ ਟਿਕ ਗਿਆ। ਜਿਹੜੇ ਨੂੰ ਉਹਨਾਂ ਦਾ ਨਹੀਂ ਬਣਿਆ, ਉਹ ਉੱਥੇ ਨਹੀਂ ਟਿਕਿਆ, ਉਹ ਬਾਹਰ ਆਇਆ ਵੀ ਨਹੀਂ, ਇੱਥੇ ਦਾ ਘੁੱਟਣ ਮਹਿਸੂਸ ਹੁੰਦੀ ਹੈ ਵੀ ਉਰੇ ਆ ਕੇ ਗਲਤ ਪੰਗਾ ਲੈ ਲਿਆ। ਬਹੁਤ ਪਹਿਲਾਂ ਇਮਾਨਦਾਰ ਆਗੂ ਜਾ ਕੇ ਦੇਖੇ ਨੇ, ਤੇਜਾ ਸਿੰਘ ਸੁਤੰਤਰ ਸੀ, ਉਹ ਗਿਆ ਸੀ, ਅਸਤੀਫਾ ਦੇ ਕੇ ਆਇਆ ਪਹਿਲਾਂ, ਵੀ ਅੰਦਰ ਦਾ ਮਤਲਬ ਕਿ ਹਾਲਾਤ ਇੰਨੇ ਮਾੜੇ ਨੇ। ਯਾਨੀ ਕਿ ਜੇ ਕਿਸੇ ਨੂੰ ਲੱਗਦਾ ਭੁਲੇਖਾ ਹੈ, ਜਾਇਓ। ਅਸੀਂ ਤਾਂ ਆਪਣੀ ਜਥੇਬੰਦੀ ਵੱਲੋਂ ਵੀ ਕਹਿੰਦੇ ਆ, ਭਰਾਵੋ ਜੇ ਕਿਸੇ ਨੂੰ ਲੱਗਦਾ ਵੀ ਉੱਧਰਲਾ ਰਾਹ ਠੀਕ ਹੈ, ਸਾਡੇ ਕਹਿੰਦੇ ਅਸਤੀਫਾ ਦੇ ਕੇ ਵਗ ਜਾਓ, ਜਿੱਦਣ ਠੀਕ ਲੱਗਿਆ ਵਾਪਸ ਆ ਜਿਓ। ਅਸੀਂ ਤਾਂ ਇਹੀ ਕਹਿੰਦੇ ਆ, ਮੱਛੀ ਹੈ ਜਿਵੇਂ ਉਹ ਪੱਥਰ ਚੱਟ ਕੇ ਵਾਪਸ ਉੜਦੀ ਹੁੰਦੀ ਹੈ, ਇਹਨਾਂ ਨੇ ਵਾਪਸ ਆਉਣਾ, ਬਹੁਤਾ ਟਾਈਮ ਉੱਧਰ ਨਹੀਂ ਰਹਿਣਾ ਹੈਗਾ, ਜਿਹੜੇ ਬੰਦੇ ਇਮਾਨਦਾਰ ਨੇ। ਰਿੰਕੂ ਜੀ, ਜਿਵੇਂ ਕਿ ਕੈਪਟਨ ਸਰਕਾਰ ਨੇ ਬਹੁਤ ਸਾਰੇ ਵਾਅਦੇ ਪੰਜਾਬ ਨਾਲ ਕੀਤੇ ਸੀਗੇ, ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ, ਘਰ ਘਰ ਰੁਜ਼ਗਾਰ ਦੀ ਗੱਲ ਕੀਤੀ ਸੀ, ਸਾਰੇ ਕਰਜ਼ੇ ਲਕੀਰ ਮਾਰਨ ਦੀ ਗੱਲ ਕੀਤੀ ਸੀ, ਕਿਸੇ ਤਰ੍ਹਾਂ ਦਾ ਕੋਈ ਮੁੱਦਾ ਉਹਨਾਂ ਦਾ ਹੱਲ ਨਹੀਂ ਹੋਇਆ ਹੈਗਾ। ਆਉਣ ਵਾਲੇ ਸਮੇਂ 'ਚ ਤੁਸੀਂ ਕੀ ਦੇਖਦੇ ਹੋ ਵੀ ਕਾਂਗਰਸ ਨੇ ਇਹਦਾ ਕੀ ਰਵੱਈਆ ਰਹੂਗਾ? ਆਉਣ ਵਾਲੀ ਤੁਹਾਡੀ ਜੋ ਯੂਨੀਅਨ ਜਥੇਬੰਦੀ ਹੈ, ਇਹਨਾਂ ਦਾ ਜਿਹੜੀ ਵੀ ਸਰਕਾਰ ਬਣ ਜਾਂਦੀ ਹੈ, ਅੱਜ ਉਹਨਾਂ ਨੇ ਵਾਅਦੇ ਕੀਤੇ ਨੇ, ਹੁਣ ਕੇਜਰੀਵਾਲ ਵੱਖ-ਵੱਖ ਤਰ੍ਹਾਂ ਦੇ ਗਰੰਟੀਆਂ ਦੇਣ ਲੱਗ ਰਿਹਾ, ਉਸ ਤਰਫ ਸੁਖਬੀਰ ਬਾਦਲ ਅਲੱਗ-ਅਲੱਗ ਤਰ੍ਹਾਂ ਦੀਆਂ ਗਰੰਟੀਆਂ ਦੇਣ ਲੱਗ ਰਿਹਾ, ਦੂਸਰੇ ਪਾਸੇ ਚੰਨੀ ਤੇ ਸਿੱਧੂ ਵੱਖ-ਵੱਖ ਗਰੰਟੀਆਂ ਦੇਣ ਲੱਗ ਰਹੇ ਨੇ। ਜੇਕਰ ਉਹਨਾਂ ਨੇ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਉਹਨਾਂ ਖਿਲਾਫ ਤੁਹਾਡੇ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ, ਇਸੇ ਤਰ੍ਹਾਂ ਉਹਨਾਂ ਦਾ ਵਿਦਰੋਹ ਕਰੋਗੇ? ਦੇਖੋ, ਪਹਿਲੀ ਗੱਲ ਤਾਂ ਜਿਹੜਾ ਉਹ ਕੈਪਟਨ ਨੇ ਵਾਅਦੇ ਕਰੇ ਸੀ, ਬੇਸ਼ੱਕ ਅਜੇ ਕਾਂਗਰਸ ਦੀ ਗੱਲ ਕਹਿ ਰਹੀ ਹੈ ਵੀ ਉਹ ਤਾਂ ਕੈਪਟਨ ਨੇ ਵਾਅਦੇ ਕਰੇ ਸੀ ਜੀ। ਦੇਖੋ, ਅਸੀਂ ਤਾਂ ਹੁਣ ਚੰਨੀ ਨੂੰ ਲੈ ਕੇ ਆਏ ਆ, ਹੁਣ ਚੰਨੀ ਸਾਰਾ ਕੁਝ ਠੀਕ ਕਰੂਗਾ। ਅਸਲ ਦੇ ਵਿੱਚ ਜਿਹੜਾ ਚੋਣ ਮੈਨੀਫੈਸਟੋ ਸੀ, ਜਿਹੜੇ ਵਾਅਦੇ ਸੀ, ਉਹ ਕੈਪਟਨ ਦੇ ਤਾਂ ਨਹੀਂ ਸੀ, ਉਹ ਕਾਂਗਰਸ ਦੇ ਸੀ। ਕਾਂਗਰਸ ਨੂੰ ਪਤਾ ਹੈ ਵੀ 4.5 ਸਾਲ ਸਾਡੇ ਫਲੋਪ ਰਹਿ ਗਏ, ਜਿਹੜੇ ਅਸੀਂ ਵਾਅਦੇ ਲੈ ਕੇ ਚੋਣ ਮੈਨੀਫੈਸਟੋ ਅਸੀਂ 2017 ਦੇ ਵਿੱਚ ਲੈ ਕੇ ਆਏ ਸੀ, ਉਹ ਅਸੀਂ ਲਾਗੂ ਨਹੀਂ ਕਰ ਸਕੇ, ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੇ। ਇਸ ਕਰਕੇ ਲੋਕਾਂ ਨੂੰ ਭੁਲੇਖੇ 'ਚ ਪਾਉਣ ਲਈ ਉਹਨਾਂ ਨੇ ਚਿਹਰਾ ਬਦਲਤਾ, ਯਾਨੀ ਕਿ ਸਿਸਟਮ ਉਹੀ ਹੈ। ਚੰਨੀ ਨੂੰ ਉਹਨਾਂ ਨੇ ਅੱਗੇ ਕਰਤਾ ਵੀ ਆਹ ਦੇਖੋ ਜੀ, ਹੁਣ ਤਾਂ ਅਸੀਂ ਚੰਨੀ ਨੂੰ ਲਿਆਏ, ਇਹ ਮਜ਼ਦੂਰਾਂ 'ਚੋਂ ਹੈ, ਦਲਿਤਾਂ 'ਚੋਂ ਹੈ। ਪਰ ਦੇਖਣਾ ਹੋਵੇ, ਆਪਣਾ ਰਾਸ਼ਟਰਪਤੀ ਵੀ ਦਲਿਤਾਂ 'ਚੋਂ ਹੈ। ਪਹਿਲਾਂ ਮਾਇਆਵਤੀ ਕਿਹੜਾ ਨਹੀਂ ਰਹੀ ਯੂਪੀ ਦੇ ਵਿੱਚ ਮੁੱਖ ਮੰਤਰੀ? ਕਹਿਣ ਦਾ ਭਾਵ ਹੈ ਵੀ ਇਹਨਾਂ ਨੇ ਲੋਕਾਂ ਦਾ ਵੋਟਾਂ ਦੇ ਵਿੱਚ ਭੁਲੇਖਾ ਬਰਕਰਾਰ ਰੱਖਣਾ, ਵੀ ਲੋਕਾਂ ਦਾ ਵੋਟਾਂ ਦੇ ਵਿੱਚ ਭੁਲੇਖਾ ਬਣਿਆ ਰਵੇ ਵੀ ਦੇਖੋ ਯਾਰ, ਇੱਥੇ ਦਾ ਦਲਿਤ ਵੀ ਆ ਸਕਦਾ ਹੈ, ਇੱਥੇ ਦਾ ਚਾਹ ਵੇਚਣ ਵਾਲਾ ਵੀ ਆ ਸਕਦਾ ਹੈ। ਜਿਵੇਂ ਮੋਦੀ ਨੂੰ ਇਹਨਾਂ ਨੇ ਦਿਖਾਇਆ ਪਹਿਲਾਂ ਵੀ ਇਹ ਤਾਂ ਚਾਹ ਵੇਚਦਾ ਹੁੰਦਾ ਸੀ, ਪਰ ਉੱਥੇ ਟਿਕੂਗਾ ਉਹੀ ਜਿਹੜਾ ਇਹਨਾਂ ਜੋਕਾਂ ਦੇ ਪੱਖ ਦੇ ਵਿੱਚ ਭੁਗਤੂਗਾ। ਐਂ ਹੀ ਹੁਣ ਜਿਵੇਂ ਅਕਾਲੀ ਦਲ ਵਾਲੇ ਨੇ, ਇਹ ਹਮੇਸ਼ਾ ਜਦੋਂ ਵੋਟਾਂ ਆਉਂਦੀਆਂ ਨੇ, ਵੋਟਾਂ ਦੇ ਵਿੱਚ ਕਹਿੰਦੇ ਨੇ ਵੀ ਯਾਨੀ ਕਿ ਪੰਥ ਨੂੰ ਖਤਰਾ ਹੈ, ਵੀ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਓ। ਜਦੋਂ ਕਿ ਪਹਿਲਾਂ ਵੀ ਇਹਨਾਂ ਦੀ 10 ਸਾਲ ਸਰਕਾਰ ਰਹੀ ਹੈ ਲਗਾਤਾਰ, ਤੇ ਪਿੱਛੇ ਵੀ ਇਹਨਾਂ ਦਾ ਮਤਲਬ ਕਿ ਕਾਫੀ ਟਾਈਮ ਪਹਿਲਾਂ ਵੀ ਸਰਕਾਰ ਆਈ ਹੈ, ਇਹਨਾਂ ਦੇ ਰਾਜ ਦੇ ਵਿੱਚ ਵੀ ਬੇਅਦਬੀਆਂ ਹੁੰਦੀਆਂ ਰਹੀਆਂ ਨੇ, ਫਿਰ ਖਤਰਾ ਕਿਹਦੇ ਤੋਂ ਹੈ? ਐਂ ਕੇਜਰੀਵਾਲ ਨੂੰ ਜੇ ਦੇਖਣਾ ਹੋਵੇ, ਜਿਹੜਾ ਕੇਜਰੀਵਾਲ ਹੈ ਉਹ ਕਹਿੰਦਾ ਠੀਕ ਹੈ ਜੀ, ਮੈਂ ਪੰਜਾਬ ਦੇ ਵਿੱਚ ਇਨਕਲਾਬ ਬਦਲਾਵ ਲਿਆਵਾਂਗੇ, ਇਨਕਲਾਬ ਕਰਾਂਗੇ ਜੀ, ਵਧੀਆ ਇੱਥੇ ਮਾਹੌਲ ਬਣਾਵਾਂਗੇ। ਪਰ ਜਿਹੜਾ ਇੱਕ ਪਾਸੇ ਦਾ ਇਹ ਕਹਿੰਦੇ ਨੇ ਅਸੀਂ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮੰਨਦੇ ਹਾਂ। ਤੁਸੀਂ ਦੇਖਿਆ ਹੋਣਾ ਜਿਹੜਾ ਭਗਵੰਤ ਮਾਨ ਹੈ, ਉਹ ਕੇਸਰੀ ਰੰਗ ਦੀ ਪੱਗ ਬੰਨ੍ਹਦਾ, ਜਿਹੜੀ ਭਗਤ ਸਿੰਘ ਬੰਨਿਆ ਕਰਦਾ ਸੀ, ਪਰ ਉਹ ਸਟੇਜ ਤੋਂ ਨਾਰਾ ਲਾਉਂਦਾ ਇਨਕਲਾਬ ਜਿੰਦਾਬਾਦ। ਉਹ ਸਾਮਰਾਜਵਾਦ ਮੁਰਦਾਬਾਦ ਕਿਉਂ ਨਹੀਂ ਕਹਿੰਦਾ? ਜੇ ਉਹ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮੰਨਦੇ ਨੇ ਤਾਂ ਉਹਦਾ ਅੱਧਾ ਨਾਰਾ ਕਿਉਂ ਲਾਉਂਦੇ ਨੇ? ਉਹ ਯਾਨੀ ਕਿ ਇਨਕਲਾਬ ਜਿੰਦਾਬਾਦ ਤਾਂ ਕਹਿੰਦੇ ਨੇ, ਸਾਮਰਾਜਵਾਦ ਮੁਰਦਾਬਾਦ ਨਹੀਂ ਕਹਿੰਦੇ ਹੈਗੇ। ਉਹ ਕਹਿੰਦੇ ਨੇ ਅਸੀਂ ਬਿਜਲੀ ਸਸਤੀ ਕਰਾਂਗੇ, ਪਰ ਉਹ ਇਹ ਗੱਲ ਨਹੀਂ ਕਹਿੰਦੇ ਹੈਗੇ ਵੀ ਅਸੀਂ 2003 ਜਿਹੜਾ ਬਿਜਲੀ ਐਕਟ ਕਾਨੂੰਨ ਬਣਿਆ ਸੀ, ਅਸੀਂ ਉਹ ਰੱਦ ਕਰਾਂਗੇ।
ਉਹ ਕਹਿੰਦੇ ਨੇ ਅਸੀਂ ਰੁਜ਼ਗਾਰ ਤਾਂ ਦੇਵਾਂਗੇ ਪਰ ਰੁਜ਼ਗਾਰ ਦੇਣ ਦੀ ਨੀਤੀ ਨਹੀਂ ਦੱਸਦੇ ਕਿ ਕਿਹੜੀ ਕਰਾਂਗੇ। ਰੁਜ਼ਗਾਰ ਤਾਂ ਇੱਥੇ ਤਾਂ ਹੀ ਬਚੂਗਾ ਜੇ ਇੱਥੇ ਨਿੱਜੀਕਰਨ ਹੋਣ ਤੋਂ ਬਚੂਗਾ। ਇਹੀ ਚਾਹੇ ਆਪਣਾ ਬੀਜੇਪੀ ਤੋਂ ਲਾ ਲਓ, ਬੀਜੇਪੀ ਵਾਲੇ ਵੋਟਾਂ ਮੰਗਦੇ ਨੇ ਵੀ ਅਸੀਂ ਜੀ ਪੰਜਾਬ ਨੂੰ ਭਲੇ ਵਾਸਤੇ ਵੀ ਡਬਲ ਇੰਜਨ ਦੀ ਸਰਕਾਰ ਚਾਹੀਦੀ ਹੈ, ਇੱਥੇ ਜੀ ਡਬਲ ਇੰਜਨ ਦੀ ਸਰਕਾਰ ਬਣਾਓ। ਐਂ ਅਸੀਂ ਢੀਂਡਸੇ ਨੂੰ ਸਵਾਲ ਕਰਿਆ ਸੀ ਪਰਸੋਂ ਉੱਤੇ ਵੀ ਢੀਂਡਸਾ ਸਾਹਿਬ ਜਿਹੜਾ 732 ਕਿਸਾਨਾਂ ਦਾ ਕਾਤਲ ਹੈ, ਕਾਰਪੋਰੇਟਾਂ ਦਾ ਯਾਰ ਤੇ ਕਿਸਾਨਾਂ ਦਾ ਦੁਸ਼ਮਣ, ਤੁਸੀਂ ਤੁਹਾਡੀ ਕੀ ਮਜਬੂਰੀ ਬਣ ਗਈ ਉਹਦੇ ਨਾਲ ਹੱਥ ਮਿਲਾਉਣ ਦੀ? ਤਾਂ ਢੀਂਡਸਾ ਸਾਹਿਬ ਨੇ ਕਿਹਾ ਵੀ ਅਸੀਂ ਪੰਜਾਬ ਦੇ ਭਲੇ ਲਈ ਬੀਜੇਪੀ ਨਾਲ ਹੱਥ ਮਿਲਾਇਆ ਹੈ, ਜਦੋਂ ਕਿ ਪਹਿਲਾਂ ਵੀ ਇਹ ਮਤਲਬ ਕਿ ਬੀਜੇਪੀ ਨਾਲ ਇਹਨਾਂ ਦਾ 12 ਸਾਲ ਲਗਾਤਾਰ ਇਹਨਾਂ ਦਾ ਆਪਸ ਵਿੱਚ ਸਮਝੌਤਾ ਰਿਹਾ ਹੈ। 10 ਸਾਲ ਹੁਣ ਪਿੱਛੇ ਲਗਾਤਾਰ ਇਹਨਾਂ ਦੀ ਸਰਕਾਰ ਵੀ ਰਹੀ ਹੈ। ਉਦੋਂ ਢੀਂਡਸਾ ਵਿੱਚ ਹੀ ਸੀ, ਬੀਜੇਪੀ ਵਿੱਚ ਸੀ, ਅਕਾਲੀ ਦਲ ਵਿੱਚ ਸੀ। ਉਦੋਂ ਪੰਜਾਬ ਦਾ ਭਲਾ ਕਿਉਂ ਨਹੀਂ ਹੋਇਆ ਹੈਗਾ? ਯਾਨੀ ਕਿ ਭਲਾ ਭੁਲਾ ਇਹਨਾਂ ਨੇ ਲੋਕਾਂ ਦਾ ਨਹੀਂ ਕਰਨਾ, ਭਲਾ ਆਪਦਾ ਕਰਨਾ ਵੀ ਉਹ ਕਿਵੇਂ ਕਰੀਏ। ਉਹ ਤਾਂ ਜਾ ਕੇ ਮੋਦੀ ਦੀ ਗੋਦੀ 'ਚ ਬੈਠੇ ਨੇ ਜਾ ਕੇ। ਇਸ ਕਰਕੇ ਅਸੀਂ ਜਿੰਨੇ ਵੀ ਇਹ ਵੋਟ ਬਟੋਰੂ ਪਾਰਟੀਆਂ ਨੇ ਸਾਰਿਆਂ ਨੂੰ ਸਵਾਲ ਠੋਕ ਕੇ ਕਰਦੇ ਹਾਂ। ਲੋਕਾਂ ਦੇ ਸਵਾਲ ਨੇ ਪਰ ਇਹਨਾਂ ਕੋਲ ਕੋਈ ਜਵਾਬ ਨਹੀਂ ਇਹਨਾਂ ਗੱਲਾਂ। ਇਹੀ ਗੱਲ ਹੈ ਰਿੰਕੂ ਜੀ, ਮੈਂ ਇਸੇ ਗੱਲ ਤੇ ਆਉਣਾ ਚਾਹੁੰਦਾ ਸੀਗਾ। ਜਿਵੇਂ ਕਿ ਤੁਸੀਂ ਦੱਸਿਆ ਵੀ ਵੱਖ-ਵੱਖ ਪਾਰਟੀਆਂ ਦੇ ਆਗੂ ਆਉਂਦੇ ਨੇ, ਚਾਹੇ ਕੋਈ ਬੀਬੀ ਭੱਠਲ ਆਉਂਦੀ ਹੈ, ਸੁਖਬੀਰ ਬਾਦਲ ਆਉਂਦਾ, ਸੁਖਦੇਵ ਸਿੰਘ ਢੀਂਡਸਾ ਆਉਂਦੇ ਨੇ। ਜਦੋਂ ਤੁਸੀਂ ਕਿਸੇ ਤਰ੍ਹਾਂ ਦੇ ਕੋਈ ਸਵਾਲ ਕਰਦੇ ਹੋ ਉਹ ਸਾਰੇ ਸਵਾਲਾਂ ਤੋਂ ਭੱਜਦੇ ਨੇ। ਪਿੱਛੇ ਜੀ ਕੰਟਰੋਵਰਸੀ ਹੋਈ ਸੀ ਤੁਹਾਡੀ ਸੁਖਦੇਵ ਸਿੰਘ ਢੀਂਡਸਾ ਜੀ ਨਾਲ, ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਗੱਲ ਹੋਈ ਸੀ ਉਸ ਦੇ ਬਾਰੇ ਲੋਕਾਂ ਨੂੰ ਜਰਾ ਸਪਸ਼ਟੀਕਰਨ ਨਾਲ ਦੱਸੋ, ਜਰਾ ਵਿਸਤਾਰਪੂਰਵਕ। ਦੇਖੋ ਅਸੀਂ ਕਦੇ ਵੀ ਜਦੋਂ ਵੀ ਕਿਸੇ ਵੀ ਪਾਰਟੀ ਦਾ ਕੋਈ ਲੀਡਰ ਆਉਂਦਾ ਹੈ, ਅਸੀਂ ਬਕਾਇਦਾ ਉੱਥੇ ਜਾ ਕੇ ਪਹਿਲਾਂ ਉਹਨਾਂ ਦੇ ਵਰਕਰਾਂ ਨੂੰ ਕਹਿੰਦੇ ਆ ਵੀ ਯਾਰ ਅਸੀਂ ਤੁਹਾਡੇ ਲੀਡਰ ਨੂੰ ਕੁਝ ਸਵਾਲ ਕਰਨਾ ਚਾਹੁੰਦੇ ਆ, ਅਸੀਂ ਉਗਰਾਹਾਂ ਜਥੇਬੰਦੀ ਵੱਲੋਂ ਆਏ ਆ। ਜੇ ਤੁਹਾਡਾ ਲੀਡਰ ਸਹਿਮਤ ਹੋਵੇ ਸਵਾਲਾਂ ਦੇ ਜਵਾਬ ਦੇਣ ਲਈ ਤਾਂ ਅਸੀਂ 4 ਸਵਾਲ ਕਰਨੇ ਨੇ, ਤੁਸੀਂ ਆਪਦਾ ਪ੍ਰੋਗਰਾਮ ਕਰ ਲਓ ਬਿਲਕੁਲ ਸ਼ਾਂਤ ਹੋਏ, ਅਸੀਂ ਤੁਹਾਡੀ ਬਾਹਰ ਵੇਟ ਕਰ ਰਹੇ ਹਾਂ। ਜੇ ਉਹਨੂੰ ਲੱਗਦਾ ਹੈ ਵੀ ਅਸੀਂ ਸਵਾਲਾਂ ਦੇ ਜਵਾਬ ਨਹੀਂ ਦੇਣੇ, ਉਹ ਬੇਸ਼ੱਕ ਜਾ ਸਕਦਾ ਹੈ, ਸਾਡਾ ਕੋਈ ਘਿਰੋ ਨਹੀਂ, ਕੋਈ ਵਿਰੋਧ ਨਹੀਂ। ਐਂ ਹੀ ਅਸੀਂ ਜਿਸ ਦਿਨ ਢੀਂਡਸਾ ਸਾਹਿਬ ਉਰੇ ਆਏ ਅਸੀਂ ਉੱਥੇ ਇਹੀ ਗੱਲ ਕਹੀ ਉਹਨਾਂ ਦੇ ਵਰਕਰਾਂ ਨੂੰ ਜਾ ਕੇ ਵੀ ਅਸੀਂ ਢੀਂਡਸਾ ਸਾਹਿਬ ਨੂੰ 4 ਸਵਾਲ ਕਰਨੇ ਨੇ, ਤੁਸੀਂ ਕਹਿੰਦੇ ਹੋ ਤੁਸੀਂ ਸਹਿਮਤ ਹੋ? ਉਹ ਕਹਿੰਦੇ ਠੀਕ ਹੈ ਕੋਈ ਗੱਲ ਨਹੀਂ ਕਰ ਲਓ ਜਵਾਬ, ਤੁਸੀਂ ਵੇਟ ਕਰ ਲਓ, ਅਸੀਂ ਉਹਦਾ ਪ੍ਰੋਗਰਾਮ ਨਿਬੇੜ ਲਿਆ। ਅਸੀਂ ਕਿਹਾ ਬਿਲਕੁਲ ਨਿਬੇੜੋ। ਲਗਭਗ 2 ਘੰਟੇ ਉਹਨਾਂ ਨੂੰ ਉੱਥੇ ਮਤਲਬ ਕਿ ਆਪਦਾ ਪ੍ਰੋਗਰਾਮ ਨਿਬੇੜਨ 'ਚ ਬਾਅਦ 'ਚ ਸਾਡੇ ਕੋਲੇ ਵੀ ਉਹਨਾਂ ਮੈਸੇਜ ਆਇਆ ਵੀ ਆ ਜਾਓ ਅੰਦਰ ਗੱਲ ਕਰ ਲਓ ਢੀਂਡਸਾ ਸਾਹਿਬ ਨਾਲ। ਅਸੀਂ ਕਿਹਾ ਸਾਡੀ ਜਥੇਬੰਦੀ ਵੱਲੋਂ ਅਸੀਂ ਅੰਦਰ ਜਾ ਕੇ ਗੱਲ ਨਹੀਂ ਕਰਦੇ ਹੁੰਦੇ, ਅਸੀਂ ਬਾਹਰ ਖੁੱਲ੍ਹੇ 'ਚ ਗੱਲ ਕਰਾਂਗੇ। ਕੋਈ ਸਾਡੇ ਸਵਾਲ ਕੋਈ ਐਂ ਤਾਂ ਹੈ ਨਹੀਂ ਵੀ ਜਿਹੜੇ ਕੋਈ ਅਸੀਂ ਪਰਦੇ 'ਚ ਕਰੀਏ, ਲੋਕਾਂ ਦੇ ਸਵਾਲ ਨੇ ਲੋਕਾਂ ਦੇ ਵਿੱਚ ਕਰਾਂਗੇ। ਚਲੋ ਠੀਕ ਹੈ, ਉਹ ਕਿਸੇ ਗੱਲ ਤੇ ਤੈਅ ਹੋ ਗਏ ਵੀ ਅਸੀਂ ਆ ਜਾਂਦੇ ਹਾਂ। ਜਦੋਂ ਢੀਂਡਸਾ ਸਾਹਿਬ ਆਏ ਮਤਲਬ ਕਿ ਗੱਲਬਾਤ ਕਰਨ ਲਈ, ਮੇਰਾ ਮਤਲਬ ਕਿ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਵੈਸੇ ਵੀ ਜਿਹੜਾ ਪਹਿਲਾ ਸਵਾਲ ਇਹੀ ਸੀ ਵੀ ਤੁਸੀਂ ਜਿਹੜਾ ਬੰਦਾ 732 ਕਿਸਾਨਾਂ ਦਾ ਕਾਤਲ ਹੈ, ਜਿਹੜੇ ਨੇ ਮਤਲਬ ਕਿ ਸਾਨੂੰ 1.25 ਸਾਲ ਦਿੱਲੀ ਦੀਆਂ ਬਲੂਹਾਂ ਤੇ ਬਿਠਾਈ ਰੱਖਿਆ, ਸਾਡੀਆਂ ਮਾਵਾਂ ਭੈਣਾਂ ਸਾਡੇ ਬਜ਼ੁਰਗ ਕਿੰਨਾ ਉੱਥੇ ਤੜਫੇ ਨੇ, ਫਿਰ 1.25 ਸਾਲ ਬਾਅਦ ਜਿਹੜਾ ਬੰਦਾ ਫਿਰ ਉਹ ਮਾਫੀ ਵੀ ਮੰਗਦਾ ਹੈ ਵੀ ਮੈਂ ਲੋਕਾਂ ਤੋਂ ਮਾਫੀ ਮੰਗਦਾ, ਮੈਂ ਕਾਨੂੰਨ ਲੈ ਕੇ ਆਇਆ। ਵੀ ਢੀਂਡਸਾ ਸਾਹਿਬ ਤੁਹਾਡੀ ਕੀ ਮਜਬੂਰੀ ਬਣ ਗਈ ਸੀ ਉਹਦੇ ਨਾਲ ਜਾਣ ਦੀ? ਤਾਂ ਉਹਨਾਂ ਨੇ ਇਹੀ ਗੱਲ ਕਹੀ ਵੀ ਮੈਂ ਤਾਂ ਜੀ ਪੰਜਾਬ ਦੇ ਭਲੇ ਲਈ ਉੱਥੇ ਗਿਆ। ਤੇ ਉਹਨਾਂ ਦੇ ਨਾਲ ਲੱਗੇ ਉਹਨਾਂ ਦਾ ਕੋਈ ਰਿਸ਼ਤੇਦਾਰ ਸੀ ਪਰਮਿੰਦਰ ਢੀਂਡਸੇ ਦਾ, ਉਹਨਾਂ ਨੇ ਇਹ ਗੱਲ ਵੀ ਕਹੀ ਵੀ ਯਾਰ ਤੁਸੀਂ ਗਲੀਆਂ 'ਚ ਉੱਠ ਕੇ ਆ ਜਾਂਦੇ ਹੋ, ਕੋਈ ਵੱਡੇ ਲੀਡਰ ਦੇ ਨੂੰ ਮਤਲਬ ਕਿ ਆਪਣਾ ਵੱਡਾ ਲੀਡਰ ਲੈ ਕੇ ਆਇਆ ਕਰੋ ਢੀਂਡਸਾ ਸਾਹਿਬ ਨਾਲ ਗੱਲ ਕਰਨ ਲਈ। ਯਾਨੀ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਅਸੀਂ ਜਿਹੜੇ ਉੱਠ ਕੇ ਗਲੀਆਂ 'ਚ ਉੱਠ ਕੇ ਆਉਂਦੇ ਹਾਂ, ਵੋਟਾਂ ਤਾਂ ਸਾਡੀਆਂ ਰਾਹੀਂ ਉਹ ਬਣਦੇ ਨੇ। ਅਸੀਂ ਕਿਸਾਨ ਯੂਨੀਅਨ ਨੂੰ ਵੀ ਚਲੋ ਅਸੀਂ ਕਿਸਾਨ ਯੂਨੀਅਨ ਨੂੰ ਇੱਕ ਪਾਸੇ ਆਪਾਂ ਇਹਨੂੰ ਰੱਖ ਦਿੰਦੇ ਹਾਂ, ਐਜ਼ ਏ ਵੋਟਰ ਐਜ਼ ਏ ਨਾਗਰਿਕ ਅਸੀਂ ਉਹਨਾਂ ਨੂੰ ਵੋਟ ਪਾਉਂਦੇ ਹਾਂ ਕਿ ਸਾਡਾ ਪੁੱਛਣ ਦਾ ਅਧਿਕਾਰ, ਸਵਾਲ ਪੁੱਛਣ ਦਾ ਅਧਿਕਾਰ ਨਹੀਂ। ਇੱਕ ਪਾਸੇ ਕਹਿੰਦੇ ਨੇ ਇੱਥੇ ਜਮਹੂਰੀਅਤ ਹੈ, ਇੱਥੇ ਲੋਕਤੰਤਰ ਹੈ, ਇੱਥੇ ਆਜ਼ਾਦੀ ਹਰ ਇੱਕ ਬੰਦੇ ਨੂੰ ਆਪਦਾ ਸਵਾਲ ਰੱਖਣ ਦੀ, ਸਵਾਲ ਪੁੱਛਣ ਦੀ, ਵੀ ਸਭ ਨੂੰ ਅਧਿਕਾਰ ਹੈ। ਅਸੀਂ ਵੀ ਕਹਿੰਦੇ ਹਾਂ ਜਿਹੜਾ ਵੀ ਕੋਈ ਇੱਥੇ ਕੈਂਡੀਡੇਟ ਹੈ, ਇੱਥੇ ਜਮਹੂਰੀਅਤ ਹੈ, ਉਹ ਆਪਦੀ ਗੱਲ ਆਵੇ, ਵੋਟਾਂ ਮੰਗੇ, ਆਪਦੀ ਗੱਲਬਾਤ ਰੱਖੇ, ਆਪਣੇ ਵਿਚਾਰ ਰੱਖੇ ਵੀ ਮੈਂ ਆਉਣ ਵਾਲੇ ਸਮੇਂ 'ਚ ਇਹ ਕਰਾਂਗਾ, ਤਾਂ ਫਿਰ ਸਾਡਾ ਵੀ ਤਾਂ ਅਧਿਕਾਰ ਬਣਦਾ ਉਹਨੂੰ ਸਵਾਲ ਕਰਨ ਦਾ। ਇਸ ਕਰਕੇ ਅਸੀਂ ਸਵਾਲ ਹੀ ਕਰੇ। ਸਵਾਲ ਕਰਨ ਤੋਂ ਬਾਅਦ ਹਾਲਾਂਕਿ ਢੀਂਡਸਾ ਸਾਹਿਬ ਨਹੀਂ ਬੋਲੇ ਕੁਛ, ਜਿਹੜੇ ਉਹਦੇ ਵਰਕਰ ਸੀ ਉਹ ਇੰਨੇ ਹੈਪਰ ਹੋ ਗਏ ਕਿ ਉਹ ਆਪਣਾ ਆਪਾ ਖੋ ਬੈਠੇ, ਬਹੁਤ ਮੈਨੂੰ ਮਤਲਬ ਕਿ ਗਾਲ ਵੀ ਕੱਢ ਗਏ। ਪਰ ਅਸੀਂ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਹੜੀ ਜਥੇਬੰਦੀ ਹੈ, ਜਿਹੜੇ ਲੋਕ ਇਸ ਜਥੇਬੰਦੀ ਬਾਰੇ ਜਾਣਦੇ ਨੇ, ਸਾਡਾ ਜਾਬਤਾ ਇੰਨਾ ਵਧੀਆ ਹੈ ਵੀ ਚਾਹੇ ਸਾਨੂੰ ਕੋਈ ਗਾਲ ਕੱਢ ਜੇ, ਕੁਛ ਵੀ ਕਰ ਜੇ, ਸਾਡੇ ਵਰਕਰਾਂ ਨੂੰ ਕਿਹਾ ਹੋਇਆ ਸੀ ਵੀ ਤੁਸੀਂ ਬਿਲਕੁਲ ਨਹੀਂ ਬੋਲਣਾ ਹੈਗਾ, ਕੋਈ ਗੱਲ ਨਹੀਂ, ਇਹਨਾਂ ਨੂੰ ਜਿਹੜਾ ਕੁਝ ਕਹਿੰਦੇ ਕਹਿ ਲੈਣ ਦਿਓ, ਆਪਾਂ ਆਪਣੀ ਰਿਪੋਰਟ ਆਪਣੀ ਜ਼ਿਲ੍ਹਾ ਕਮੇਟੀ ਸੂਬਾ ਕਮੇਟੀ ਕੋਲ ਕਰ ਦਾਂਗੇ। ਜਦੋਂ ਸਾਰੀ ਗੱਲਬਾਤ ਉਸ ਤੋਂ ਬਾਅਦ ਨਿਬੜ ਗਈ, ਅਸੀਂ ਆਪਣੀ ਸੂਬਾ ਕਮੇਟੀ ਨੂੰ ਰਿਪੋਰਟ ਕਰਤੀ। ਉਹਨਾਂ ਨੇ ਦੇਖਿਆ ਵੀ ਸਾਡੇ ਜਿਹੜੇ ਵਰਕਰ ਨੇ ਉਹ ਬਿਲਕੁਲ ਸ਼ਾਂਤਮਈ ਖੜੇ ਨੇ, ਜਿਹੜੇ ਢੀਂਡਸਾ ਸਾਹਿਬ ਦੇ ਵਰਕਰ ਨੇ ਉਹਨਾਂ ਨੇ ਕਾਫੀ ਹੈਪਰ ਹੋਏ ਨੇ, ਬਹੁਤ ਮਾੜੀ ਸ਼ਬਦਾਵਲੀ ਬੋਲੀ ਹੈ। ਤਾਂ ਉਹਨਾਂ ਨੇ ਫਿਰ ਤੈਅ ਕਰਿਆ ਵੀ ਅਸੀਂ ਮੰਨ ਲਓ ਢੀਂਡਸਾ ਸਾਹਿਬ ਤੋਂ ਮਾਫੀ ਮੰਗਵਾਵਾਂਗੇ। ਹਾਲਾਂਕਿ ਸਾਡੇ ਕੋਲ ਪਹਿਲਾਂ ਉਹਨਾਂ ਦੇ ਵਰਕਰ ਆ ਕੇ ਮਾਫੀ ਮੰਗੇ ਸੀ, ਅਸੀਂ ਮਾਫੀ ਵੀ ਕਿਹਾ ਸੀ ਵੀ ਚਲੋ ਕੋਈ ਗੱਲ ਨਹੀਂ, ਜਿਹੜਾ ਹੋ ਗਿਆ ਠੀਕ ਹੈ। ਤਾਂ ਸਾਡੀ ਜ਼ਿਲ੍ਹਾ ਕਮੇਟੀ ਸੂਬਾ ਕਮੇਟੀ ਨੇ ਤੋਂ ਪੜਤਾਲ ਕਰੀ, ਉਹਨਾਂ ਨੇ ਦੇਖਿਆ ਵੀ ਆਪਣੇ ਵਰਕਰ ਬਿਲਕੁਲ ਸਹੀ ਸ਼ਾਂਤ ਸੀ, ਉਹਨਾਂ ਨੇ ਬਹੁਤ ਧੱਕਾ ਕਰਿਆ, ਬਹੁਤ ਮਾੜੀ ਸ਼ਬਦਾਵਲੀ ਬੋਲੀ ਹੈ। ਇਸ ਕਰਕੇ ਢੀਂਡਸੇ ਦੇ ਵਰਕਰਾਂ ਨੇ ਗਲਤੀ ਕਰੀ ਹੈ ਤੇ ਢੀਂਡਸਾ ਸਾਹਿਬ ਆ ਕੇ ਮਾਫੀ ਮੰਗੇ। ਫਿਰ ਮੰਡੀ ਦੇ ਵਿੱਚ
2 ਦਿਨਾਂ ਬਾਅਦ ਉੱਥੇ ਪ੍ਰੋਗਰਾਮ ਰੱਖਿਆ, ਵੱਡੇ ਢੀਂਡਸਾ ਸਾਹਿਬ ਆਉਂਦੇ ਨੇ, ਉੱਥੇ ਆ ਕੇ ਉਹਨਾਂ ਨੇ ਮੰਨਿਆ ਵੀ ਸਾਡੇ ਵਰਕਰਾਂ ਤੋਂ ਕਮੀ ਰਹੀ ਹੈ, ਇਹਨਾਂ ਤੋਂ ਗਲਤ ਬੋਲਿਆ ਗਿਆ, ਇਸ ਕਰਕੇ ਅਸੀਂ ਕਿਸਾਨਾਂ ਤੋਂ ਮਾਫੀ ਮੰਗਦੇ ਹਾਂ, ਅੱਗੇ ਤੋਂ ਸਾਡੇ ਤੋਂ ਇਹ ਸ਼ਿਕਾਇਤ ਨਹੀਂ ਆਊਗੀ। ਤੇ ਅਸੀਂ ਉਸ ਟਾਈਮ ਇਹ ਮਸਲਾ ਨਿਬੇੜ ਦਿੱਤਾ ਸੀ। ਉਹ ਕੰਟਰੋਵਰਸੀ ਤੁਹਾਡੀ ਉਹਨਾਂ ਨਾਲ ਖਤਮ ਹੋ ਚੁੱਕੀ ਹੈ? ਬਿਲਕੁਲ ਜੀ, ਸਾਡੀ ਕੰਟਰੋਵਰਸੀ ਤਾਂ ਕਿਸੇ ਨਾਲ ਵੀ ਨਹੀਂ ਹੈਗੀ। ਸਾਡੇ ਲਈ ਤਾਂ ਸਾਰੇ ਮਿਲ ਕੇ ਇੱਕ ਨੇ। ਅਸੀਂ ਤਾਂ ਇਹ ਮੰਨਦੇ ਹਾਂ ਵੀ ਅਸੀਂ ਜਿੰਨੇ ਵੋਟ ਬਟੋਰੂ ਪਾਰਟੀਆਂ ਨੇ ਸਾਡੇ ਲਈ ਤਾਂ ਇੱਕ ਨੇ। ਸਾਨੂੰ ਪਤਾ ਹੈ ਇੱਥੇ ਇਹਨਾਂ ਨੇ 5-7 ਦਿਨ ਰਹਿਣਾ ਹੈ, ਇਸ ਕਰਕੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਭਰਾਵੋ ਵੋਟਾਂ ਜਿਹੜੀ ਮਰਜ਼ੀ ਪਾਰਟੀ ਨੂੰ ਪਾ ਲਓ ਜਿੱਥੇ ਤੁਹਾਡਾ ਜੀ ਕਰਦਾ ਹੈ, ਨਹੀਂ ਪਾਓਗੇ ਤਾਂ ਵੀ ਕੋਈ ਬੜਾ ਫਰਕ ਨਹੀਂ ਪੈਣ ਵਾਲਾ। ਪਰ ਜਿਹੜਾ ਤੁਹਾਡਾ ਭਾਈਚਾਰਕ ਸਾਂਝ ਹੈ, ਤੁਹਾਡੀ ਏਕਤਾ ਹੈ, ਉਹਨੂੰ ਬਣਾ ਕੇ ਰੱਖੋ। ਤੁਸੀਂ 1.25 ਸਾਲ ਦਿੱਲੀ ਦੀਆਂ ਬਰੂਹਾਂ ਤੇ ਲੜ ਕੇ ਆਏ ਹੋ, ਤੁਸੀਂ ਜਾਤਾਂ ਤੋਂ ਉੱਪਰ ਉੱਠੇ ਹੋ, ਤੁਸੀਂ ਧਰਮਾਂ ਤੋਂ ਉੱਪਰ ਉੱਠੇ ਹੋ, ਤੁਸੀਂ ਇੱਕ ਸਾਂਝ ਬਣਾਈ ਹੈ, ਤੁਸੀਂ ਹਰਿਆਣੇ ਨਾਲ ਵਧੀਆ ਸਾਂਝ ਬਣਾਈ ਹੈ, ਤੁਸੀਂ ਯੂਪੀ ਰਾਜਸਥਾਨ ਨਾਲ ਬਣਾਈ ਹੈ। ਇਸ ਕਰਕੇ ਭਰਾਵੋ ਇਹ ਵੋਟਾਂ ਦੇ ਵਿੱਚ ਪੈ ਕੇ ਇਹ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਲੜਾਣਗੇ, ਇਹ ਇਹਨਾਂ ਦਾ ਕੰਮ ਹੈ। ਕੋਈ ਐ ਨਹੀਂ ਕੋਈ ਇੱਕ ਪਾਰਟੀ ਨੂੰ, ਸਾਰੀਆਂ ਹੀ ਪਾਰਟੀਆਂ ਦਾ ਇੱਥੇ ਜਾਨੀ ਕਿ ਇੱਕ ਇਹਨਾਂ ਦੀ ਭੇੜ ਹੈ ਵੀ ਕੁਰਸੀ ਕਿਵੇਂ ਹਾਸਲ ਕੀਤੀ ਜਾਵੇ। ਗੱਲਬਾਤ ਨੇ ਸਾਰਿਆਂ ਦੀ ਇੱਕ ਹੈ, ਪਰ ਉਹਦੇ ਵਿੱਚ ਤੈਅ ਹੋਇਆ ਹੁੰਦਾ ਹੈ। ਜਿਵੇਂ ਆਪਾਂ ਕਹਿੰਦੇ ਵੀ ਮੈਚ ਸਟਾਰਟ ਹੋਣ ਤੋਂ ਪਹਿਲਾਂ ਇੱਕ ਟੋਸ ਕਰਾ ਲ ਵੀ ਆਪਾਂ, ਜਿਵੇਂ ਕਬੱਡੀ ਦਾ ਮੈਚ ਹੈ ਵੀ ਪਹਿਲਾਂ ਕਿਹੜਾ ਰੇਡ ਪਾਵੇ, ਦੋਨੋਂ ਪਾਸੇ ਰੇਡਰ ਤਕੜੇ ਹੁੰਦੇ ਨੇ, ਫਿਰ ਉੱਥੇ ਇੱਕ ਫੈਸਲਾ ਹੁੰਦਾ ਵੀ ਆਪਾਂ ਟੋਸ ਕਰਵਾ ਲੈਂਦੇ ਆ ਯਾਰ, ਵੀ ਜਿਹਦਾ ਟੋਸ ਆ ਗਿਆ ਉਹੀ ਪਹਿਲਾਂ ਰੇਡ ਪਾਊਗਾ, ਕਿਉਂਕਿ ਪਹਿਲੇ ਪੁਆਇੰਟ ਜਿਵੇਂ ਆਪਾਂ ਕਹਿੰਦੇ 1.5 ਨੰਬਰ ਹੁੰਦਾ ਹੈ। ਇਸ ਤਰ੍ਹਾਂ ਹੀ ਇਹ ਵੋਟਾਂ ਸਿਰਫ ਇੱਕ ਟੋਸ ਨੇ। ਇਹ ਲੋਕਾਂ ਦਾ ਮਤਲਬ ਕਿ ਆਪਦਾ ਮੋਹਰ ਲਵਾਉਂਦੇ ਨੇ ਵੀ ਕਿਹੜੀ ਪਾਰਟੀ ਨੂੰ ਮਤਲਬ ਕਿ ਵੋਟਾਂ ਵੱਧ ਪੈ ਗਈਆਂ ਉਹੀ ਸੱਤਾ ਦੇ ਵਿੱਚ ਬਹਿ ਜਾਂਦੀ ਹੈ, ਤੇ ਉੱਥੇ ਉਹ ਰਾਜ ਕਰਦੇ ਨੇ। ਹੋਰ ਬਣਨਾ ਬਣਾਉਣਾ ਕੁਛ ਨਹੀਂ, ਆਪਦੀ ਭੇੜ ਆਪਦੀ ਲੜਾਈ ਜਿਹੜੀ ਕੁਰਸੀ ਦੀ ਹੈ ਉਹਨੂੰ ਖਤਮ ਕਰਦੇ ਨੇ ਵੋਟਾਂ ਰਾਹੀਂ। ਇਸ ਕਰਕੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਆਪਦੀ ਭਾਈਚਾਰਕ ਸਾਂਝ ਇਹਨੂੰ ਬਣਾ ਕੇ ਰੱਖਿਓ। ਇਹ ਤਾਂ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ, ਕਿਉਂਕਿ ਵੋਟਾਂ ਦੇ ਵਿੱਚ ਕਈ ਵਾਰ ਆਪਸ 'ਚ ਇਹੋ ਜਿਹੀ ਆਪਾਂ ਉਲਝ ਜਾਂਦੇ ਹਾਂ, ਇਹੋ ਜਿਹੀ ਤਾਣੀ ਉਲਝ ਜਾਂਦੀ ਹੈ ਕਿ ਕਈ ਵਾਰੀ ਕਈ ਪੀੜ੍ਹੀਆਂ ਟੱਪ ਜਾਂਦੀਆਂ ਨੇ, ਲੋਕਾਂ ਦੇ ਅੰਦਰ ਉਹ ਖਾਰ ਪੈਦਾ ਹੋ ਜਾਂਦੀ ਹੈ ਵੀ ਫਲਾਣੇ ਟਾਈਮ ਮੇਰੇ ਦਾਦੇ ਨੂੰ, ਮੇਰੇ ਚਾਚੇ ਨੂੰ ਉਹਨੇ ਐਂ ਬੋਲਿਆ ਸੀ ਵੋਟਾਂ ਦੇ ਵਿੱਚ, ਇੱਥੋਂ ਤੱਕ ਵੀ ਕਾਤਲ ਤੱਕ ਵੀ ਹੋ ਜਾਂਦੇ ਨੇ। ਅਸੀਂ ਤਾਂ ਇਹੀ ਅਪੀਲ ਹੈ ਲੋਕਾਂ ਨੂੰ ਵੀ ਭਰਾਵੋ ਵੋਟਾਂ ਜਿਹਨੂੰ ਮਰਜ਼ੀ ਵੀ ਆਪਦੀ ਭਾਈਚਾਰਕ ਸਾਂਝ ਉਹਨੂੰ ਬਣਾ ਕੇ ਰੱਖੀਏ। ਬਹੁਤ ਵਧੀਆ ਸਵਾਲਾਂ ਦੇ ਜਵਾਬ ਦਿੱਤੇ ਨੇ ਰਿੰਕੂ ਜੀ ਨੇ। ਰਿੰਕੂ ਜੀ, ਤੁਹਾਡਾ ਬਿਗ 24 ਨਿਊਜ਼ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇਸ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇੱਕ ਆਖਰੀ ਸੰਦੇਸ਼, ਵੋਟਾਂ ਦੇ ਰਾਹੀਂ ਜਾਂ ਕੋਈ ਵੀ ਇੱਕ ਆਖਰੀ ਸੰਦੇਸ਼ ਕੀ ਦੇਣਾ ਚਾਹੋਗੇ? ਮੈਂ ਵੀ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਤੇ ਤੁਹਾਡੇ ਸਰੋਤਿਆਂ ਦਾ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੇ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਭਰਾਵੋ ਵੋਟਾਂ ਜਿਹੜੀ ਮਰਜ਼ੀ ਪਾਰਟੀ ਨੂੰ ਪਾ ਲਿਓ, ਜਿੱਥੇ ਮਰਜ਼ੀ ਪਾ ਲਿਓ, ਲੜੀਓ ਨਾ, ਭਾਈਚਾਰਕ ਸਾਂਝ ਆਪਦਾ ਏਕਾ ਬਣਾ ਕੇ ਰੱਖਿਓ। ਜਿਹੜੇ ਤੁਹਾਡੇ ਮਸਲੇ ਨੇ ਇਹ ਲੋਕ ਇਕੱਠਾਂ ਨੇ ਹੱਲ ਕਰਨੇ ਨੇ, ਇਹਨਾਂ ਨੇ ਕੁਝ ਨਹੀਂ ਕਰਨਾ ਕਿ ਇਹਨਾਂ ਨੇ ਤੁਹਾਡੀਆਂ ਵੋਟਾਂ ਲੈ ਕੇ 4 ਦਿਨਾਂ ਨੂੰ ਫੁਰਡ ਹੋ ਜਾਣਾ ਹੈ। ਬਾਅਦ ਚ ਨਾ ਕਿਸੇ ਨੇ ਤੁਹਾਡਾ ਫੋਨ ਚੱਕਣਾ, ਇਹਨਾਂ ਦੇ ਪੀਏ ਨੇ ਵੀ ਤੁਹਾਡਾ ਫੋਨ ਨਹੀਂ ਚੱਕਣਾ। ਫਿਰ ਤੁਹਾਡੇ ਇਹੀ ਜਥੇਬੰਦੀਆਂ ਤੁਹਾਡੇ ਨਾਲ ਹਰ ਟਾਈਮ ਤੁਹਾਡੇ ਨਾਲ ਤਿਆਰ ਨੇ, ਚਾਹੇ ਤੁਹਾਡੀ ਮੰਨ ਲਓ ਕੱਲ ਨੂੰ ਜ਼ਮੀਨ ਦੀ ਕੁਰਕੀ ਆਉਂਦੀ ਹੈ, ਕੋਈ ਹੋਰ ਕਿਸੇ ਤਰ੍ਹਾਂ ਦਾ ਵੀ ਤੁਹਾਡੇ ਨਾਲ ਕਿਤੇ ਵੀ ਧੱਕਾ ਹੁੰਦਾ ਹੈ, ਜਥੇਬੰਦੀ ਹਮੇਸ਼ਾ ਤੁਹਾਡੇ ਨਾਲ ਹੈ। ਆਪਣਾ ਭਾਈਚਾਰਕ ਸਾਂਝ ਬਣਾ ਕੇ ਰੱਖੋ। ਪ੍ਰਧਾਨ ਜੀ, ਇੱਕ ਕੱਲ ਬਰਨਾਲੇ ਵੱਡੇ ਪੱਧਰ ਤੁਸੀਂ ਇੱਕ ਬਹੁਤ ਵੱਡਾ ਇਕੱਠ ਕਰ ਰਹੇ ਹੋ, ਉਹਦੇ ਸੰਬੰਧਿਤ ਚਾਨਣਾ ਪਾਓ ਕੁਛ। ਇਹ ਜਿਹੜਾ ਕੱਲ ਅਸੀਂ ਬਰਨਾਲੇ ਦੀ ਦਾਣਾ ਮੰਡੀ ਦੇ ਵਿੱਚ ਲਗਭਗ ਸਾਨੂੰ ਉਮੀਦ ਹੈ ਵੀ 2-2.5 ਲੱਖ ਦਾ ਇਕੱਠ ਹੋਊਗਾ, ਕਿਉਂਕਿ ਅਸੀਂ ਪਿਛਲੇ ਦਿਨੀ ਵੀ 14 ਤਰੀਕ ਨੂੰ ਪਿੰਡਾਂ ਦੇ ਵਿੱਚ ਮੋਦੀ ਸਰਕਾਰ ਦੀਆਂ ਆਥੀਆਂ ਫੁੱਕੀਆਂ, ਤੇ ਅੱਜ 16 ਤਰੀਕ ਨੂੰ ਅਸੀਂ ਸ਼ਹਿਰਾਂ ਵਿੱਚ ਐਸਡੀਐਮ ਦਫ਼ਤਰਾਂ ਅੱਗੇ ਆਥੀਆਂ ਫੁੱਕੀਆਂ ਨੇ। ਇਹਦਾ ਮੁੱਖ ਕਾਰਨ ਇਹ ਹੈ, ਜਦੋਂ ਅਸੀਂ ਕਿਸਾਨੀ ਸੰਘਰਸ਼ ਲੜਿਆ ਸੀ ਉਦੋਂ ਮਤਲਬ ਕਿ ਮੋਦੀ ਸਰਕਾਰ ਨੇ ਕੁਛ ਜਿਹੜੀਆਂ ਸਾਡੀਆਂ ਮੰਗਾਂ ਸੀ ਉਹ ਮੰਗਾਂ ਮੰਨੀਆਂ ਸੀ, ਅਸੀਂ ਮੰਗਾਂ ਰੱਖੀਆਂ ਸੀ। ਇੱਕ ਤਾਂ ਸਾਡੀ ਮੰਗ ਇਹ ਸੀ ਵੀ ਜਿਹੜੇ ਹਰਿਆਣੇ ਦੇ ਵਿੱਚ 48,000 ਕਿਸਾਨਾਂ ਦੇ ਪਰਚੇ ਦਰਜ ਹੋਏ ਨੇ, ਕਿਉਂਕਿ ਤੁਸੀਂ ਆਪ ਕਿਹਾ ਵੀ ਅਸੀਂ ਮਾਫੀ ਮੰਗਦੇ ਹਾਂ, ਸਾਡੇ ਤੋਂ ਇਹ ਕਾਨੂੰਨ ਗਲਤ ਬਣਾਏ ਗਏ। ਫਿਰ ਤੁਸੀਂ ਉਹ ਜਦੋਂ ਕਾਨੂੰਨ ਹੀ ਗਲਤ ਸੀ, ਉਹ ਤੁਸੀਂ ਮਾਫੀ ਮੰਗੀ ਹੈ, ਫਿਰ 48,000 ਪਰਚੇ ਵੀ ਰੱਦ ਹੋਣੇ ਚਾਹੀਦੇ ਨੇ। ਦੂਜੀ ਸਾਡੀ ਮੰਗ ਇਹ ਸੀ ਵੀ ਤੁਸੀਂ ਜਿਹੜੇ ਮਤਲਬ ਕਿ ਉੱਥੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਵਿੱਚ ਉਹਨੇ ਇੱਕ ਪਾਲਿਸੀ ਬਣਾਓ, ਪਾਲਿਸੀ ਦੇ ਅਧੀਨ ਉਹਨਾਂ ਨੂੰ ਮਤਲਬ ਕਿ 10 ਲੱਖ ਰੁਪਏ ਮੁਆਵਜ਼ਾ, ਜਿਵੇਂ ਅਸੀਂ ਪੰਜਾਬ ਦੇ ਵਿੱਚ ਬਣਾਈ ਹੋਈ ਹੈ, ਤੇ ਇੱਕ ਪਰਿਵਾਰ ਦੇ ਮੈਂਬਰ ਨੂੰ ਯੋਗਤਾ ਮੁਤਾਬਕ ਨੌਕਰੀ, ਕਰਜ਼ਾ ਮਾਫ। ਇਹ ਸੀ। ਤੀਜਾ ਸਾਡਾ ਇਹ ਸੀ, ਜਿਹੜੀ ਇਹਨਾਂ ਨੇ ਐਮਐਸਪੀ ਕਾਨੂੰਨ ਦੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਇੱਕ ਕਮੇਟੀ ਬਣਾਵਾਂਗੇ। ਇਹਨਾਂ ਨੇ ਜਾਨੀ ਕਿ ਹਲੇ ਕਾਨੂੰਨ ਤਾਂ ਕੀ ਬਣਾਉਣਾ ਸੀ, ਉਹ ਜਿਹੜੀ ਕਮੇਟੀ ਗਠਿਤ ਕਰਨੀ ਸੀ ਉਹ ਕਮੇਟੀ ਵੀ ਇਹਨਾਂ ਨੇ ਹਾਲੇ ਤੱਕ ਨਹੀਂ ਬਣਾਈ। ਚੌਥਾ ਸਾਡਾ ਜਿਹੜਾ ਯੂਪੀ ਦੇ ਵਿੱਚ ਲਖੀਮਪੁਰ ਦੇ ਵਿੱਚ ਸਾਡੇ ਕਿਸਾਨ ਇਹ ਖੇਤੀ ਕਾਲੇ ਕਾਨੂੰਨ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਸੀ, ਉਦੋਂ ਜਿਹੜਾ ਅਜੇ ਟਹਿਣੀ ਮਿਸ਼ਰਾ ਹੈ ਕੇਂਦਰ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ, ਉਹਦੇ ਮੁੰਡੇ ਨੇ ਕਿਸਾਨਾਂ ਦੇ ਉੱਪਰ ਗੱਡੀ ਚੜਾਈ। ਪਹਿਲਾਂ ਤਾਂ ਇਹਨਾਂ ਨੇ ਇਹ ਗੱਲ ਕਹੀ ਵੀ ਉਹ ਮੁੰਡਾ ਵਿੱਚ ਹੈ ਹੀ ਨਹੀਂ ਸੀ। ਜਦੋਂ ਸਿੱਟ ਨੇ ਪੂਰੀ ਪੜਤਾਲ ਕਰੀ ਉਹਦੇ ਵਿੱਚ ਪਾਇਆ ਗਿਆ ਮੁੰਡਾ ਗੱਡੀ ਦੇ ਵਿੱਚ ਸੀ, ਤੇ ਜਿਹੜਾ ਉਹਦਾ ਪਿਓ ਅਜੇ ਮਿਸ਼ਰਾ ਟਹਿਣੀ ਹੈ ਉਹ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ। ਉਹ ਸਾਰੀ ਗੱਲ ਬਾਤ ਆ ਗਈ। ਹਾਲਾਂਕਿ ਅਜੇ ਮਿਸ਼ਰਾ ਨੂੰ ਉਹਨੂੰ ਸਸਪੈਂਡ ਕਰਕੇ ਜੇਲ੍ਹ ਤੱਕ ਕੀ ਭੇਜਣਾ ਸੀ, ਉਲਟਾ ਉਹਦੇ ਮੁੰਡੇ ਨੂੰ ਵੀ ਜ਼ਮਾਨਤ ਦੇਤੀ, ਉਹ ਵੀ ਜੇਲ੍ਹ ਤੋਂ ਬਾਹਰ ਆ ਗਿਆ।
ਉਸ ਦੇ ਰੋਸ ਵਜੋਂ ਅਸੀਂ ਬੀਜੇਪੀ ਦਾ ਵਿਰੋਧ ਵੀ ਕਰ ਰਹੇ ਹਾਂ, ਲਗਾਤਾਰ ਅਰਥੀ ਵੀ ਫੂਕ ਰਹੇ ਹਾਂ ਤੇ ਕੱਲ ਨੂੰ ਬਰਨਾਲੇ ਦੀ ਦਾਣਾ ਮੰਡੀ ਦੇ ਵਿੱਚ 2.5 ਲੱਖ ਦਾ ਇਕੱਠ ਕਰਕੇ ਇਹਨਾਂ ਹਾਕਮਾਂ ਨੂੰ ਦੱਸਾਂਗੇ ਵੀ ਜਿਹੜੇ ਕਿਰਤੀ ਲੋਕ ਨੇ, ਮਿਹਨਤਕਸ਼ ਲੋਕ ਨੇ, ਠੀਕ ਹੈ ਉਹਨਾਂ ਦੀਆਂ ਮਜਬੂਰੀਆਂ ਨੇ ਇੱਥੇ, ਕਿਉਂਕਿ ਇੱਥੇ ਆਰਥਿਕਤਾ ਦਾ ਜਿਹੜਾ ਪੱਧਰ ਹੈ ਉਹ ਬਹੁਤ ਵੱਡਾ ਪਾੜਾ ਹੈ, ਉਹਨਾਂ ਦੀਆਂ ਮਜਬੂਰੀਆਂ ਨੇ, ਉਹਨਾਂ ਨੂੰ ਵੋਟ ਪਾਣੀ ਪੈਂਦੀ ਹੈ। ਜਦੋਂ ਆਰਥਿਕਤਾ ਦਾ ਪਾੜਾ ਬਰਾਬਰ ਹੋ ਗਿਆ ਫਿਰ ਦੇਖ ਲਓ ਐ ਵੋਟਾਂ ਪਵਾ ਕੇ ਵੀ ਲੋਕ ਕਿਹਨੂੰ ਵੋਟਾਂ ਪਾਣਗੇ। ਇਸ ਕਰਕੇ ਅਸੀਂ ਉਹ ਦਿਖਾਵਾਂਗੇ 2.5 ਲੱਖ ਦਾ ਇਕੱਠ ਕਰਕੇ ਵੀ ਜਿਹੜੇ ਕਿਰਤੀ ਲੋਕ ਨੇ ਆ ਬੈਠੇ ਨੇ, ਜਿਹੜਾ ਸਾਡਾ ਪੱਕਾ ਕੇਡਰ ਆ ਬੈਠਾ ਹੈ। ਤੁਹਾਨੂੰ ਲੱਗਦਾ ਹੋਣਾ ਵੀ ਹੁਣ ਤਾਂ ਵੋਟਾਂ ਆ ਗਈਆਂ, ਲੋਕ ਭੁੱਲ ਗਏ ਖੇਤੀ ਕਾਨੂੰਨਾਂ ਨੂੰ, ਤਾਂ ਸਾਡੇ ਨਾਲ ਗੱਡੀਆਂ ਤੇ ਚੜ੍ਹ ਕੇ ਤੁਸੀਂ ਤਾਂ ਲੋਕਾਂ ਨੂੰ ਦਾਰੂ ਦਾ ਲਾਲਚ ਲੈ ਕੇ ਜਾਂਦੇ ਹੋ, ਉਹਨਾਂ ਨੂੰ ਦਿਹਾੜੀ ਦਿੰਦੇ ਹੋ, ਭੁੱਕੀ ਦਾ ਲਾਲਚ ਲੈ ਕੇ ਜਾਂਦੇ ਹੋ। ਪਰ ਸਾਡੇ ਲੋਕ ਜਿਹੜੇ ਜਾਣਗੇ ਬਿਨਾਂ ਕਿਸੇ ਲਾਲਚ ਤੋਂ ਆਪਦੇ ਪੱਲੋਂ ਖਰਚਾ ਕਰਕੇ, ਪੱਲੋਂ ਤੇਲ ਫੂਕ ਕੇ, ਇੱਥੋਂ ਤੱਕ ਕਿ ਅਸੀਂ ਇਹ ਗੱਲ ਵੀ ਕਹਿੰਦੇ ਆ ਭਾਈ ਜੇ ਚਾਹ ਪੀਣੀ ਦੁੱਧ ਨਾਲ ਲੈ ਕੇ ਆਈ ਹੋ, ਦੁੱਧ ਦੇ ਡਰਮ ਲੈ ਕੇ ਜਾਣਗੇ, ਲੰਗਰ ਆਪਦਾ ਲੈ ਕੇ ਜਾਣਗੇ। ਤੁਸੀਂ ਇਕੱਠ ਦੇਖਿਓ 100 ਕਿੱਲਿਆਂ ਦੇ ਵਿੱਚ ਦੀ ਮੰਡੀ ਆ ਬਰਨਾਲਾ ਮੰਡੀ, ਪਰ ਤੁਹਾਨੂੰ ਉੱਥੇ ਤਿਲ ਸਿੱਟਣ ਨੂੰ ਜਗ੍ਹਾ ਨਹੀਂ ਹੋਊਗੀ। ਤੁਸੀਂ ਉੱਥੇ ਹੋਵੋਗੇ, ਬਕਾਇਦਾ ਜਾ ਕੇ ਦੇਖ ਸਕਦੇ ਹੋ। ਤੁਹਾਡੇ ਵਲੰਟੀਅਰਾਂ ਨੂੰ ਇਸ ਜਿਹੜਾ ਕੱਲ ਨੂੰ ਤੁਸੀਂ ਇਕੱਠ ਕਰ ਰਹੇ ਹੋ, ਤੁਹਾਡੇ ਵਲੰਟੀਅਰਾਂ ਨੂੰ ਉਸ ਦੇ ਬਾਰੇ ਕੋਈ ਸੰਦੇਸ਼, ਤੁਹਾਡਾ ਕੋਈ ਪਰਸਨਲ ਸੰਦੇਸ਼ ਹੋਵੇ? ਸਾਡੇ ਜਿਹੜੇ ਵਲੰਟੀਅਰ ਨੇ ਉਹ ਸਾਰੇ ਬਾਗੇ ਨੇ, ਉਹਨਾਂ ਦੀ ਸਾਰੀ ਸਾਡੀ ਸੂਬਾ ਕਮੇਟੀ ਹੈ, ਉਹਨਾਂ ਨੂੰ ਸਾਰੀ ਟ੍ਰੇਨਿੰਗ ਕਰਕੇ ਕਿਵੇਂ ਜਾਬ ਤੇ ਰੱਖਣਾ ਹੈ, ਕਿਹਦੀ ਡਿਊਟੀ ਕਿੱਥੇ ਲੱਗਣੀ ਹੈ। ਸਾਡਾ ਅੱਜ ਲਗਭਗ 1000 ਵਲੰਟੀਅਰ ਬਰਨਾਲੇ ਦੀ ਦਾਣਾ ਮੰਡੀ ਵਿੱਚ ਪਹੁੰਚ ਚੁੱਕਾ ਹੈ। ਉਹਨਾਂ ਦੀਆਂ ਰਾਤ ਨੂੰ ਮੀਟਿੰਗਾਂ ਕਰਾ ਕੇ ਉਹਨਾਂ ਦੀ ਡਿਊਟੀ ਕੰਮ ਵੰਡ ਉਹ ਤੈਅ ਹੋਣਗੇ। ਬਾਕੀ 1000 ਦੇ ਕਰੀਬ ਵਲੰਟੀਅਰ ਸਵੇਰੇ 7 ਵਜੇ ਉੱਥੇ ਪਹੁੰਚ ਜੂਗਾ। ਉਸ ਕਰਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ। ਸਾਡੇ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ, ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਕੋਈ ਕਮੀ ਨਹੀਂ ਆਉਣ ਦੇਵਾਂਗੇ। ਸਾਧਨਾਂ ਦੀ ਫੁੱਲ ਹਰ ਇੱਕ ਪਿੰਡ ਦੇ ਵਿੱਚੋਂ 4-4 ਬੱਸਾਂ ਜਾਣਗੀਆਂ ਤੇ ਮਾਈਆਂ ਦੀ ਗਿਣਤੀ ਬਰਾਬਰ ਦੀ ਹੋਊਗੀ। ਮਾਈਆਂ ਵੀ ਪੂਰਾ ਨਾਲ ਕੇ ਤੁਸੀਂ ਦੇਖੋਗੇ ਕੱਲ ਨੂੰ ਉੱਥੇ ਤੁਹਾਨੂੰ ਪੀਲੀਆਂ ਚੁੰਨੀਆਂ ਚਮਕਣਗੀਆਂ। ਪੂਰੀ ਗਿਣਤੀ ਦੇ ਵਿੱਚ ਵੱਡਾ ਇਕੱਠ ਹੋਊਗਾ। ਤੁਸੀਂ ਦੇਖ ਰਹੇ ਸੀਗੇ B2N TV, ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਡੂਡੀਆਂ।